ਸਵਾਗਤ ਹੈ ਬੱਚਿਓ ਕੰਪਿਊਟਰ ਸਾਇੰਸ ਦੀ ਆਨਲਾਈਨ ਕਲਾਸ ਦੇ ਵਿੱਚ। ਅੱਜ ਆਪਾਂ ਪੜਾਂਗੇ ਜਮਾਤ 8ਵੀਂ ਪਾਠ ਦੂਸਰਾ ਇੰਟਰਨੈਟ। ਮੈਂ ਸੁਨੀਲ ਕੁਮਾਰ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਮੂ ਜੋਈਆ ਜ਼ਿਲ੍ਹਾ ਫਾਜ਼ਿਲਕਾ। ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਪਾਠ ਦੂਸਰਾ ਇੰਟਰਨੈਟ। ਇੰਟਰਨੈਟ ਇੱਕ ਅਜਿਹਾ ਸ਼ਬਦ ਹੈ ਜੋ ਕਿ ਆਪਾਂ ਸਭ ਨੇ ਸੁਣਿਆ ਹੋਇਆ ਹੈ। ਤੁਸੀਂ ਵੀ ਸਾਰੇ ਇੰਟਰਨੈਟ ਦੇ ਤੋਂ ਭਲੀ ਭਾਂਤੀ ਜਾਣਦੇ ਹੋ। ਚਾਹੇ ਕੋਈ ਅਧਿਆਪਕ ਹੈ, ਚਾਹੇ ਕੋਈ ਵਿਦਿਆਰਥੀ ਹੈ, ਚਾਹੇ ਕੋਈ ਬਿਜ਼ਨਸਮੈਨ ਹੈ, ਕੋਈ ਦੁਕਾਨਦਾਰੀ ਦਾ ਕੰਮ ਕਰਦਾ ਹੈ, ਹਰ ਇੱਕ ਨੇ ਇੰਟਰਨੈਟ ਦੀ ਵਰਤੋਂ ਜਿਹੜੀ ਕੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕਰਦੇ ਹਾਂ। ਆਪਾਂ ਜਾਣ ਪਛਾਣ ਦੀ ਗੱਲ ਕਰੀਏ ਤਾਂ ਇੰਟਰਨੈਟ ਅੱਜ ਦੇ ਯੁੱਗ ਵਿੱਚ ਇੰਟਰਨੈਟ ਦੀ ਵਰਤੋਂ ਹੈ ਜਿਹੜੀ ਬਹੁਤ ਵੱਧ ਗਈ ਹੈ। ਇੰਟਰਨੈਟ ਇੱਕ ਅਜਿਹੀ ਸੁਵਿਧਾ ਪ੍ਰਦਾਨ ਕੀਤੀ ਹੈ ਇੰਟਰਨੈਟ ਨੇ, ਜਿਸ ਨਾਲ ਨੇ ਸਾਰੇ ਸੰਸਾਰ ਦੇ ਵਿੱਚ ਇੱਕ ਕ੍ਰਾਂਤੀ ਲੈ ਆਂਦੀ ਹੈ। ਆਪਾਂ ਦੇਖਦੇ ਹਾਂ ਵੀ ਆਪਣੇ ਬਹੁਤ ਸਾਰੇ ਜ਼ਿੰਦਗੀ ਦੇ ਜਾਂ ਘਰੇਲੂ ਜੀਵਨ ਦੇ ਅਜਿਹੇ ਕੰਮ ਹਨ ਜਿਹੜੇ ਕਿ ਬਹੁਤ ਜ਼ਿਆਦਾ ਇੰਟਰਨੈਟ ਉੱਪਰ ਡਿਪੈਂਡ ਹੋ ਗਏ ਹੁਣ। ਅਗਰ ਆਪਾਂ ਗੱਲ ਕਰੀਏ ਵੀ ਘਰ ਤੋਂ ਹੀ ਸ਼ੁਰੂ ਕਰੀਏ ਤਾਂ ਘਰ ਦੇ ਬਿਜਲੀ ਦੇ ਬਿੱਲ ਆਪਾਂ ਇੰਟਰਨੈਟ ਰਾਹੀਂ ਉਤਾਰ ਰਹੇ ਹਾਂ, ਇੰਟਰਨੈਟ ਦੀ ਸੁਵਿਧਾ ਨਾਲ ਉਤਾਰ ਰਹੇ ਹਾਂ। ਪਾਣੀ ਦਾ ਬਿੱਲ ਇੰਟਰਨੈਟ ਦੀ ਸੁਵਿਧਾ ਨਾਲ ਆਪਾਂ ਉਤਾਰ ਰਹੇ ਹਾਂ। ਅਗਰ ਆਪਾਂ ਮੋਬਾਈਲ ਰੀਚਾਰਜ ਕਰਦੇ ਹਾਂ ਤਾਂ ਵੀ ਇੰਟਰਨੈਟ ਚਾਹੀਦਾ। ਮੋਬਾਈਲ 'ਤੇ ਅਗਰ ਤੁਸੀਂ ਜਿੰਨੀਆਂ ਵੀ ਕੋਈ ਐਪਸ ਚਲਾਉਂਦੇ ਹੋ, ਕੋਈ ਐਂਟਰਟੇਨਮੈਂਟ ਲਈ ਜਾਂ ਕੋਈ ਮੂਵੀ ਦੇਖਣ ਲਈ ਜਾਂ ਪੜ੍ਹਨ ਦੇ ਲਈ, ਤਾਂ ਉਸ ਸਭ ਦੇ ਲਈ ਆਪਾਂ ਇੰਟਰਨੈਟ ਦੀ ਵਰਤੋਂ ਕਰਦੇ ਹਾਂ। ਇਸ ਦਾ ਮਤਲਬ ਹੈ ਵੀ ਇੰਟਰਨੈਟ ਨੇ ਹਰ ਇੱਕ ਵਿਸ਼ੇ ਦੇ ਵਿੱਚ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਆਪਣੀ ਇੱਕ ਵੱਖਰੀ ਹੀ ਇਮੇਜ ਜਾਂ ਆਪਣੀ ਵੱਖਰੀ ਹੀ ਛਾਪ ਜਿਹੜੀ ਹੈ ਛੱਡੀ ਹੋਈ ਹੈ। ਅਤੇ ਇਸ ਦੀ ਵਰਤੋਂ ਹੈ ਜਿਹੜੀ ਬਹੁਤ ਜ਼ਿਆਦਾ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਜਿਹੜੀ ਹੈ ਅੱਜ ਕੱਲ੍ਹ ਹੋ ਰਹੀ ਹੈ। ਇੰਟਰਨੈਟ ਕੀ ਹੈ? ਆਪਾਂ ਸਭ ਤੋਂ ਪਹਿਲੇ ਇਹ ਜਾਣਦੇ ਹਾਂ ਵੀ ਨੈਟਵਰਕ ਕੀ ਹੁੰਦਾ ਹੈ। ਨੈਟਵਰਕ ਕਿਹਨੂੰ ਕਿਹਾ ਜਾਂਦਾ ਹੈ? ਆਪਾਂ ਇਹ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਇਸ ਬਾਰੇ ਵੀ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਜਦੋਂ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਨੈਟਵਰਕ ਕਿਹਾ ਜਾਂਦਾ ਹੈ। ਤਾਂ ਇੰਟਰਨੈਟ ਇਹ ਆਪਣੇ ਨਾਮ ਤੋਂ ਹੀ ਸੁਜੈਸਟ ਹੁੰਦਾ ਹੈ ਵੀ ਇੰਟਰਨੈਸ਼ਨਲ ਨੈਟਵਰਕ ਆਫ ਨੈਟਵਰਕ, ਇੰਟਰਨੈਸ਼ਨਲ ਨੈਟਵਰਕ ਆਫ ਨੈਟਵਰਕਸ। ਇਟ ਮੀਨਸ ਜਦੋਂ ਪੂਰੇ ਸੰਸਾਰ ਦੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਂਦਾ ਹੈ ਜਾਂ ਪੂਰੇ ਸੰਸਾਰ ਦੇ ਨੈਟਵਰਕ ਮਿਲ ਕੇ ਇੰਟਰਨੈਟ ਨੂੰ ਬਣਾਉਂਦੇ ਹਨ। ਮੈਂ ਫਿਰ ਦੱਸਦਾ ਵੀ ਇੰਟਰਨੈਟ ਇੱਕ ਅਜਿਹੀ ਸੁਵਿਧਾ ਹੈ ਜਿਸ ਨੇ ਪੂਰੇ ਸੰਸਾਰ ਨੂੰ ਆਪਣੇ ਹੱਥ ਦੇ ਵਿੱਚ, ਆਪਣੀ ਮੁੱਠੀ ਦੇ ਵਿੱਚ, ਆਪਣੇ ਕੰਪਿਊਟਰ ਦੇ ਵਿੱਚ ਸਿਮਟ ਕੇ ਰੱਖ ਦਿੱਤਾ ਹੈ। ਆਪਾਂ ਇੰਟਰਨੈਟ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਗੱਲਬਾਤ ਕਰ ਸਕਦੇ ਹਾਂ। ਆਪਾਂ ਆਪਦਾ ਸੁਣਿਆ, ਆਪਾਂ ਆਪਦੀ ਚਿੱਠੀ, ਆਪਾਂ ਆਪਦੇ ਕੋਈ ਡਾਕੂਮੈਂਟ ਮਿੰਟਾਂ ਸਕਿੰਟਾਂ ਦੇ ਵਿੱਚ ਇੰਡੀਆ ਵਿੱਚ ਬੈਠੇ ਹੋਏ ਕਿਸੇ ਬਾਹਰਲੇ ਮੁਲਕ ਦੇ ਵਿੱਚ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਭੇਜ ਸਕਦੇ ਹਾਂ। ਇੰਟਰਨੈਟ ਤੋਂ ਆਪਾਂ ਇੱਕ ਸੂਈ ਤੋਂ ਲੈ ਕੇ ਇੱਕ ਜਹਾਜ਼ ਬਣਾਉਣ ਤੱਕ ਦੀ ਜਾਂ ਇੱਕ ਦੀ ਸਾਰੀ ਜਾਣਕਾਰੀ ਆਪਾਂ ਜਿਹੜੀ ਇੰਟਰਨੈਟ ਦੇ ਉੱਪਰੋਂ ਲੱਭ ਸਕਦੇ ਹਾਂ। ਇਸ ਲਈ ਇੰਟਰਨੈਟ ਇੱਕ ਅਜਿਹੀ ਸੁਵਿਧਾ ਬਣ ਚੁੱਕਿਆ ਹੈ ਜਿਸ ਦੀ ਵਰਤੋਂ ਹਰ ਇੱਕ ਵਿਅਕਤੀ ਦੁਆਰਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕੀਤੀ ਜਾਂਦੀ ਹੈ। ਇੰਟਰਨੈਟ ਦਾ ਇਤਿਹਾਸ। ਅਗਰ ਆਪਾਂ ਇੰਟਰਨੈਟ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸੰਨ 1969 ਦੇ ਵਿੱਚ US ਦੇ ਡਿਫੈਂਸ ਡਿਪਾਰਟਮੈਂਟ ਨੇ ਯਾਨੀ ਕਿ ਸੁਰੱਖਿਆ ਵਿਭਾਗ ਨੇ ਇੱਕ ਏਜੰਸੀ, ਉਹਨਾਂ ਦੀ ਇੱਕ ਏਜੰਸੀ ਜਿਸ ਦਾ ਨਾਮ ਸੀ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਯਾਨੀ ਕਿ ARPANET। ਆਪਾਂ ਫਿਰ ਦੇਖਦੇ ਹਾਂ ਇਸ ਦਾ ਪੂਰਾ ਨਾਮ ARPANET ਦਾ, ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਇਹਨਾਂ ਨੇ ਦੁਨੀਆ ਦਾ ਸਭ ਤੋਂ ਪਹਿਲਾ ਨੈਟਵਰਕ ਤਿਆਰ ਕੀਤਾ ਜਿਸ ਵਿੱਚ ਸਿਰਫ 4 ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਗਿਆ ਸੀਗਾ। ਆਓ ਆਪਾਂ ਇਸ ਦੀ ਇੱਕ ਤਸਵੀਰ ਦੇਖਦੇ ਹਾਂ। ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ARPANET, ਜਿਸ ਨੇ ਸੰਨ 1969 ਦੇ ਵਿੱਚ ਸਿਰਫ 4 ਕੰਪਿਊਟਰਾਂ ਨੂੰ ਜੋੜ ਕੇ ਜਿਹੜਾ ਕੀ ਹੈ ਨੈਟਵਰਕ ਬਣਾਇਆ ਸੀ। ਪਰ ਬਾਅਦ ਦੇ ਵਿੱਚ ਇਹ ਨੈਟਵਰਕ ਇੰਨਾ ਕੁ ਜ਼ਿਆਦਾ ਪ੍ਰਚਲਿਤ ਹੋ ਗਿਆ, ਯੂਨੀਵਰਸਿਟੀਜ਼ ਦੁਆਰਾ ਵੀ ਇਹਨਾਂ ਦੀ ਵਰਤੋਂ ਕੀਤੀ ਜਾਣ ਲੱਗ ਪਈ। ਉਹਨਾਂ ਨੇ ਆਪਦੀਆਂ ਖੋਜਾਂ ਕਰਨ ਦੇ ਲਈ, ਸਰਚ ਕਰਨ ਦੇ ਲਈ ਵੀ ਇਸ ਦੀ ਵਰਤੋਂ ਕੀਤੀ। ਪਰ ਬਾਅਦ ਵਿੱਚ 4 ਤੋਂ ਬਾਅਦ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਜਿਹੜੀ ਹੈ ਨੈਟਵਰਕਿੰਗ ਕੀਤੀ ਹੈ।
ਤੇ ਅੱਗੇ ਚੱਲ ਕੇ ਇਸ ਨੇ ਹੀ ਇੰਟਰਨੈਟ ਨੂੰ ਜਨਮ ਦਿੱਤਾ। ਹੌਲੀ ਹੌਲੀ ਨੈਟਵਰਕ ਇਹਨਾਂ ਦਾ ਵੱਧਦਾ ਗਿਆ, ਜਿਵੇਂ ਜਿਵੇਂ ਨੈਟਵਰਕ ਵੱਧਦਾ ਗਿਆ ਤਾਂ ਇਸ ਨੇ ਇੰਟਰਨੈਟ ਦਾ ਨਾਮ ਲੈ ਲਿਆ। ਹੁਣ ਭਾਰਤ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਕਦੋਂ ਹੋਈ। ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ 15 ਅਗਸਤ 1995 ਨੂੰ ਹੋਈ। ਫਿਰ ਦੇਖ ਲਓ ਸਾਰੇ ਇੱਕ ਵਾਰ, ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਕਦੋਂ ਹੋਈ? 15 ਅਗਸਤ 1995 ਨੂੰ ਇਸ ਦੀ ਸ਼ੁਰੂਆਤ ਕੀਤੀ ਗਈ, ਉਹ ਵੀ VSNL ਨਾਮ ਦੀ ਸਰਕਾਰੀ ਕੰਪਨੀ ਦੁਆਰਾ। ਕਿਹੜੀ ਕੰਪਨੀ? ਫਿਰ ਸੁਣ ਲਓ ਬੱਚਿਓ, VSNL ਨਾਮ ਦੀ ਸਰਕਾਰੀ ਕੰਪਨੀ ਦੁਆਰਾ ਸ਼ੁਰੂ ਕੀਤੀ ਗਈ। ਪਰ ਹੁਣ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਵੀ ਇੰਟਰਨੈਟ ਦੀ ਸੁਵਿਧਾ ਆਪਾਂ ਨੂੰ ਪ੍ਰਦਾਨ ਕਰ ਰਹੀਆਂ ਨੇ। ਜ਼ਿਆਦਾਤਰ ਕੀ ਹੈ ਵੀ ਜਿੰਨੀਆਂ ਵੀ ਟੈਲੀਫੋਨਿਕ ਕੰਪਨੀਆਂ ਨੇ, ਜਿਵੇਂ ਏਅਰਟੈਲ, ਆਈਡੀਆ, ਜੀਓ, ਇਹ ਸਾਰੀਆਂ ਆਪਾਂ ਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਵਾਉਂਦੀਆਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਇੰਟਰਨੈਟ ਲਈ ਜ਼ਰੂਰਤਾਂ। ਦੇਖੋ ਵਿਦਿਆਰਥੀਓ, ਇੰਟਰਨੈਟ ਲਈ ਜ਼ਰੂਰਤਾਂ ਕੀ ਹਨ? ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਇੱਕ ਕੰਪਿਊਟਰ ਹੋਣਾ ਚਾਹੀਦਾ ਹੈ ਜਿਸ ਦੀ ਸਪੀਡ 800 ਮੈਗਾਹਰਟ ਜਾਂ ਇਸ ਤੋਂ ਵੱਧ ਹੋਵੇ, ਜਿਸ 'ਤੇ ਆਪਾਂ ਇੰਟਰਨੈਟ ਚਲਾਉਣਾ ਹੈ। ਅਤੇ ਰੈਮ ਦੀ ਕਪੈਸਿਟੀ ਹੈ ਜਿਹੜੀ ਉਹ 128 MB ਤੋਂ ਵੱਧ ਹੋਵੇ। ਰੈਮ ਜਾਣੀ ਕਿ ਹੈ 128 MB ਤੋਂ ਵੱਧ ਹੋਵੇ। ਇਸ ਤੋਂ ਬਾਅਦ ਇੱਕ ਟੈਲੀਫੋਨ ਕਨੈਕਸ਼ਨ ਜਿਸ ਰਾਹੀਂ ਇੰਟਰਨੈਟ ਚਲਾਇਆ ਜਾਏਗਾ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿੰਨੀਆਂ ਵੀ ਟੈਲੀਫੋਨਿਕ ਕੰਪਨੀਆਂ ਹਨ ਉਹ ਸਾਰੀਆਂ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ। ਅਤੇ ਇੰਟਰਨੈਟ ਨਾਲ ਜੁੜਨ ਲਈ ਇੱਕ ਮੋਡਮ, ਇਹ ਸ਼ਬਦ ਆਪਣੇ ਲੈਸਨ ਦੇ ਵਿੱਚ ਆਇਆ ਮੋਡਮ। ਮੋਡਮ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ ਇਸੇ ਹੀ ਪਾਠ ਦੇ ਵਿੱਚ। ਮੋਡਮ ਇੱਕ ਇਸ ਤਰ੍ਹਾਂ ਦਾ ਡਿਵਾਈਸ ਹੈ ਜਿਸ ਦੀ ਵਰਤੋਂ ਇੰਟਰਨੈਟ ਚਲਾਉਣ ਲਈ, ਕੰਪਿਊਟਰ 'ਤੇ ਇੰਟਰਨੈਟ ਚਲਾਉਣ ਲਈ ਕੀਤੀ ਜਾਂਦੀ ਹੈ। TCP/IP ਪ੍ਰੋਟੋਕੋਲਸ ਦਾ ਮਤਲਬ ਨਿਯਮ। ਇੰਟਰਨੈਟ ਉੱਪਰ ਜੋ ਨਿਯਮ ਵਰਤੇ ਜਾਂਦੇ ਹਨ ਉਹਨਾਂ ਨੂੰ TCP ਕਿਹਾ ਜਾਂਦਾ ਹੈ। ਸੌਫਟਵੇਅਰ ਜ਼ਰੂਰਤਾਂ। ਹੁਣ ਆਪਾਂ ਗੱਲ ਕਰੀਏ ਵੀ ਆਪਣੇ ਕੰਪਿਊਟਰ ਦੇ ਵਿੱਚ ਸੌਫਟਵੇਅਰ ਕਿਹੜੇ ਹੋਣੇ ਚਾਹੀਦੇ ਹਨ ਜਿਸ ਦੇ ਨਾਲ ਆਪਾਂ ਇੰਟਰਨੈਟ ਚਲਾ ਸਕਦੇ ਹਾਂ ਆਪਣੇ ਕੰਪਿਊਟਰ ਦੇ ਵਿੱਚ। ਤਾਂ ਸਭ ਤੋਂ ਪਹਿਲੇ ਵਿੰਡੋ XP, ਵਿੰਡੋ 7, ਵਿੰਡੋ 8। ਧਿਆਨ ਨਾਲ ਦੇਖੋ, ਵਿੰਡੋ XP, ਵਿੰਡੋ 7, ਵਿੰਡੋ 8, ਲਾਈਨਿਕਸ, ਇਹ ਸਾਰੇ ਓਪਰੇਟਿੰਗ ਸਿਸਟਮ ਦੇ ਨਾਂ ਹਨ। ਅਤੇ ਕੋਈ ਵੀ ਓਪਰੇਟਿੰਗ ਸਿਸਟਮ ਯਾਨੀ ਕਿ ਕੰਪਿਊਟਰ 'ਤੇ ਕਿਸੇ ਵੀ ਤਰ੍ਹਾਂ ਦਾ ਓਪਰੇਟਿੰਗ ਸਿਸਟਮ ਹੈ ਜਿਹੜਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬਰਾਊਜ਼ਰ ਕੀ ਹਨ? ਇੱਕ ਇੱਦਾਂ ਦੀ ਐਪਲੀਕੇਸ਼ਨ ਹੈ, ਇੱਕ ਇਸ ਤਰ੍ਹਾਂ ਦੀ ਸੌਫਟਵੇਅਰ ਕਹਿ ਸਕਦੇ ਹਾਂ ਜਾਂ ਇੱਦਾਂ ਦੀ ਐਪਲੀਕੇਸ਼ਨ ਹੈ ਜਿਸ ਉੱਪਰ ਇੰਟਰਨੈਟ ਚਲਾਇਆ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੰਟਰਨੈਟ ਅਤੇ ਨੈਟਵਰਕ ਦੁਆਰਾ ਕੀਤੇ ਕੰਮ। ਇੰਟਰਨੈਟ ਅਤੇ ਨੈਟਵਰਕ ਦੁਆਰਾ ਕੀਤੇ ਕੰਮ। ਇੰਟਰਨੈਟ ਅਤੇ ਨੈਟਵਰਕ ਦੁਆਰਾ ਕੀਤੇ ਕੰਮ ਮਤਲਬ ਇੰਟਰਨੈਟ 'ਤੇ ਆਪਾਂ ਕਿਹੜੇ ਕੰਮ ਕਰ ਸਕਦੇ ਹਾਂ ਜਾਂ ਇੰਟਰਨੈਟ ਆਪਾਂ ਨੂੰ ਕਿਹੜੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਇਸ ਬਾਰੇ ਪਹਿਲਾਂ ਤੋਂ ਹੀ ਜਾਣਦੇ ਹਨ ਕਿ ਇੰਟਰਨੈਟ 'ਤੇ ਆਪਾਂ ਕੀ ਕਰ ਸਕਦੇ ਹਾਂ, ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਬਹੁਤ ਸਾਰੇ ਆਪਣੇ ਘਰ ਦੇ ਕੰਮ ਵੀ ਆਪਾਂ ਇੰਟਰਨੈਟ ਦੇ ਜ਼ਰੀਏ ਜਿਹੜਾ ਕੀ ਹੈ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀਤੇ ਜਾਂਦੇ ਹਨ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੈਟਵਰਕ ਦੀ। ਨੈਟਵਰਕ ਪਹਿਲਾਂ ਵੀ ਦੱਸਿਆ ਵੀ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਮਿਲਾ ਕੇ ਨੈਟਵਰਕ ਬਣਦਾ ਹੈ। ਅਤੇ ਜਦੋਂ ਬਹੁਤ ਸਾਰੇ ਨੈਟਵਰਕ ਆਪਸ ਵਿੱਚ ਮਿਲ ਜਾਂਦੇ ਹਨ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਇੰਟਰਨੈਟ ਕਿਹਾ ਜਾਂਦਾ ਹੈ। ਇਸ ਦੀ ਇੱਕ ਉਦਾਹਰਨ ਦੇਖਦੇ ਹਾਂ ਆਪਾਂ। ਦੇਖੋ, ਹਜ਼ਾਰਾਂ ਨੈਟਵਰਕ ਇੰਟਰਨੈਟ ਨਾਲ ਜੁੜੇ ਹੁੰਦੇ ਹਨ। ਇੰਟਰਨੈਟ ਸਾਡੇ ਕਈ ਕੰਮ ਆਉਂਦਾ ਹੈ ਜਿਵੇਂ ਕਿ ਹੇਠ ਲਿਖੇ ਅਨੁਸਾਰ ਹਨ। ਪਹਿਲਾਂ ਆਪਾਂ ਦੇਖਦੇ ਹਾਂ ਵੀ ਇੱਕ ਨੈਟਵਰਕ, ਉਸ ਤੋਂ ਬਾਅਦ ਬਹੁਤ ਸਾਰੇ ਨੈਟਵਰਕ ਨੂੰ ਮਿਲਾ ਕੇ ਇੰਟਰਨੈਟ ਕਿਹਾ ਗਿਆ ਹੈ। ਇਸ ਨੂੰ ਧਿਆਨ ਨਾਲ ਦੇਖੋ, ਇੱਕ ਆ ਵੀ ਨੈਟਵਰਕ, ਆਹੀ ਨੈਟਵਰਕ ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਨੈਟਵਰਕ, ਜਿਵੇਂ ਕਿ ਨੈਟਵਰਕ ਅਤੇ ਨੈਟਵਰਕ, ਇਹਨਾਂ ਨੈਟਵਰਕ ਨੂੰ ਮਿਲਾ ਕੇ ਕੀ ਬਣ ਗਿਆ? ਇੰਟਰਨੈਟ। ਠੀਕ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਇੰਟਰਨੈਟ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਚੁੱਕੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਇਸ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਬਾਰੇ। ਤਾਂ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਦੁਨੀਆ ਦੀਆਂ ਖਬਰਾਂ ਅਤੇ ਜਾਣਕਾਰੀ। ਦੇਖੋ, ਇਸ ਦੇ ਨਾਲ ਆਪਾਂ ਬਹੁਤ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਵੀ ਇੰਟਰਨੈਟ ਦੇ ਉੱਪਰ
ऑनलाइन जिन्होंने कहा जाएगा ऑनलाइन बहुत सारिया खबरां ਅਤੇ ਜਾਣਕਾਰੀ ਆਪਾਂ ਪ੍ਰਾਪਤ ਕਰ ਸਕਦੇ ਹਾਂ। ਨਿਊਜ਼ ਦੀ ਗੱਲ ਕਰੀਏ, ਅਗਰ ਆਪਾਂ ਐਂਡਰੋਇਡ ਫ਼ੋਨ ਮੋਬਾਈਲ ਦੀ ਗੱਲ ਕਰੀਏ, ਸਾਰੇ ਵਿਦਿਆਰਥੀ ਤਕਰੀਬਨ ਚਲਾਉਂਦੇ ਹਨ ਐਂਡਰੋਇਡ ਫ਼ੋਨ। ਤਾਂ ਐਂਡਰੋਇਡ ਫ਼ੋਨ ਦੀ ਗੱਲ ਕਰੀਏ, ਸਾਨੂੰ ਜਿਵੇਂ ਅਖਬਾਰਾਂ ਆਉਂਦੀਆਂ ਹਨ, ਅਜੀਤ ਅਖਬਾਰ, ਜਗਬਾਣੀ ਅਖਬਾਰ, ਤਾਂ ਇਹਨਾਂ ਦੀਆਂ ਐਪਸ ਜਿਹੜੀਆਂ ਨੇ ਮਿਲ ਜਾਂਦੀਆਂ ਹਨ ਪਲੇ ਸਟੋਰ ਤੋਂ, ਜਿਨ੍ਹਾਂ ਨੂੰ ਡਾਊਨਲੋਡ ਕਰਕੇ ਆਪਾਂ ਖਬਰਾਂ ਜਿਹੜੀਆਂ ਨੇ ਰੋਜ਼ਾਨਾ ਆਪਣੇ ਮੋਬਾਈਲ ਫ਼ੋਨ 'ਤੇ ਪੜ੍ਹ ਸਕਦੇ ਹਾਂ। ਪਰ ਉਹ ਪੜ੍ਹ ਕਿਸ ਤਰ੍ਹਾਂ ਸਕਦੇ ਹਾਂ, ਜੇਕਰ ਆਪਣੇ ਮੋਬਾਈਲ ਦੇ ਵਿੱਚ ਇੰਟਰਨੈੱਟ ਚੱਲ ਰਿਹਾ ਹੈ। ਤਾਂ ਇਸ ਤਰ੍ਹਾਂ ਇੰਟਰਨੈੱਟ ਸਾਨੂੰ ਔਨਲਾਈਨ ਕਈ ਤਰ੍ਹਾਂ ਦੀਆਂ ਅਖਬਾਰਾਂ, ਕਈ ਤਰ੍ਹਾਂ ਦੀਆਂ ਕਿਤਾਬਾਂ, ਕਈ ਤਰ੍ਹਾਂ ਦੇ ਮੈਗਜ਼ੀਨ ਅਤੇ ਕਈ ਤਰ੍ਹਾਂ ਦੀਆਂ ਜਾਣਕਾਰੀ ਪ੍ਰਾਪਤ ਕਰਨ ਦੀ ਸੁਵਿਧਾ ਜਿਹੜੀ ਉਹ ਦਿੰਦਾ ਹੈ। ਆਪਾਂ ਸਾਰਿਆਂ ਨੇ ਗੂਗਲ ਬਾਰੇ ਸੁਣਿਆ ਹੋਇਆ ਹੈ। ਗੂਗਲ ਇੱਕ ਸਰਚ ਇੰਜਨ ਹੈ, ਜਿਸ ਦੀ ਵਰਤੋਂ ਕਰਕੇ ਆਪਾਂ ਦੁਨੀਆ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਕਿ ਉਹ ਸਰਚ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਆਪਾਂ ਅਖਬਾਰਾਂ ਵੀ ਪੜ੍ਹ ਸਕਦੇ ਹਾਂ। ਪਰ ਪਿਆਰੇ ਵਿਦਿਆਰਥੀਓ, ਆਪਾਂ ਦਾ ਬਹੁਤਾ ਸਮਾਂ ਕੁਛ ਹੋਰ ਨਾ ਸਰਚ ਕਰਨ ਦੀ ਬਜਾਏ ਆਪਾਂ ਆਪਦੀ ਸਟੱਡੀ ਨਾਲ ਰਿਲੇਟਿਡ, ਆਪਦੀ ਪੜ੍ਹਾਈ ਨਾਲ ਰਿਲੇਟਿਡ ਬਹੁਤ ਸਾਰੀਆਂ ਜਾਣਕਾਰੀ ਆਪਾਂ ਜਿਹੜੀ ਕੀ ਹੈ ਇੰਟਰਨੈੱਟ ਤੋਂ ਪ੍ਰਾਪਤ ਕਰ ਸਕਦੇ ਹਾਂ। ਉਹ ਚਾਹੇ ਕਿਸੇ ਵੀ ਵਿਸ਼ੇ ਦੀ ਹੋਵੇ। ਤੁਸੀਂ ਮੈਥ ਦਾ ਅਗਰ ਕੋਈ ਸਮ ਤੁਹਾਨੂੰ ਨਹੀਂ ਸਮਝ ਆ ਰਿਹਾ, ਤੁਸੀਂ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਸਾਇੰਸ ਬਾਰੇ ਕਰ ਸਕਦੇ ਹੋ, ਜਨਰਲ ਨੌਲੇਜ ਬਾਰੇ ਹਾਸਲ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਇੰਟਰਨੈੱਟ ਤੋਂ ਪ੍ਰਾਪਤ ਕਰ ਸਕਦੇ ਹੋ। ਦੂਸਰਾ ਪੁਆਇੰਟ ਹੈ ਆਪਣੇ ਕੋਲ ਕਲਾ ਅਤੇ ਮਨੋਰੰਜਨ ਦਾ ਸਾਧਨ। ਕਲਾ ਅਤੇ ਮਨੋਰੰਜਨ ਦਾ ਸਾਧਨ। ਹੁਣ ਕਲਾ ਅਤੇ ਮਨੋਰੰਜਨ ਦਾ ਸਾਧਨ ਕਿਵੇਂ ਹੈ ਵੀ ਇੰਟਰਨੈੱਟ ਦੇ ਜ਼ਰੀਏ, ਦੇਖੋ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਇੰਟਰਨੈੱਟ ਦੇ ਜ਼ਰੀਏ ਆਪਾਂ ਕਈ ਤਰ੍ਹਾਂ ਦੇ ਗੀਤ, ਸੰਗੀਤ, ਫਿਲਮਾਂ ਆਦਿ ਡਾਊਨਲੋਡ ਕਰ ਸਕਦੇ ਹਾਂ, ਵੇਖ ਵੀ ਸਕਦੇ ਹਾਂ। ਕਈ ਕਹਾਣੀਆਂ, ਫਿਲਮਾਂ, ਚੁਟਕਲੇ ਆਦਿ ਜਿਹੜੇ ਆਪਾਂ ਇੰਟਰਨੈੱਟ ਤੋਂ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ ਅਤੇ ਦੇਖ ਵੀ ਸਕਦੇ ਹਾਂ। ਜਾਣੀ ਕਿ ਇਸ ਤਰ੍ਹਾਂ ਇੰਟਰਨੈੱਟ ਨੂੰ ਇੱਕ ਕਲਾ ਅਤੇ ਮਨੋਰੰਜਨ ਦਾ ਸਾਧਨ ਵੀ ਮੰਨਿਆ ਗਿਆ ਹੈ। ਔਨਲਾਈਨ ਖਰੀਦਦਾਰੀ, ਦੇਖੋ ਇਹ ਜਿਹੜਾ ਪੁਆਇੰਟ ਹੈ, ਇਹਦੀ ਵਰਤੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਹੀ ਹੈ। ਜਿਵੇਂ ਅੱਜ ਲੋਕਡਾਊਨ ਦਾ ਸਮਾਂ ਚੱਲ ਰਿਹਾ ਹੈ ਵਿਦਿਆਰਥੀਓ, ਇਸ ਦੇ ਦੌਰਾਨ ਦੁਕਾਨਾਂ ਬੰਦ ਹਨ, ਸ਼ਾਪਿੰਗ ਮਾਲ ਬੰਦ ਹਨ। ਤਾਂ ਕਈ ਲੋਕ ਕੀ ਕਰ ਰਹੇ ਹਨ, ਘਰ ਬੈਠੇ ਹੀ ਔਨਲਾਈਨ ਜਿਹੜੀ ਕਿ ਖਰੀਦਦਾਰੀ ਕਰ ਰਹੇ ਹਨ। ਆਪਾਂ ਇੰਟਰਨੈੱਟ ਦੇ ਉੱਪਰ ਕਈ ਆਪਾਂ ਨੂੰ ਅਜਿਹੀਆਂ ਵੈਬਸਾਈਟ, ਇਹੋ ਜਿਹੀਆਂ ਕਈ ਐਪਸ ਮਿਲ ਜਾਂਦੀਆਂ ਹਨ, ਜਿਨ੍ਹਾਂ ਨਾਲ ਆਪਾਂ ਔਨਲਾਈਨ ਉਹਨਾਂ ਤੋਂ ਘਰ ਬੈਠੇ ਚੀਜ਼ਾਂ ਆਪਦੀਆਂ ਕੋਈ ਵੀ ਕਿਸੇ ਕਿਸਮ ਦੀ ਚੀਜ਼ ਘਰ ਬੈਠੇ ਆਪਾਂ ਉਹਨੂੰ ਖਰੀਦ ਸਕਦੇ ਹਾਂ। ਜਿਵੇਂ ਕਿ ਕਿਤਾਬਾਂ, ਕੋਈ ਗਿਫਟ ਆਦਿ ਲੈਣਾ ਕਿਸੇ ਲਈ, ਜਾਂ ਆਪਾਂ ਕੋਈ ਮੋਬਾਈਲ ਵਗੈਰਾ, ਇਲੈਕਟ੍ਰੋਨਿਕ ਡਿਵਾਈਸ, ਕਿਸੇ ਵੀ ਤਰ੍ਹਾਂ ਦੀ ਆਈਟਮ ਹੈ ਜਿਹੜੀ ਆਪਾਂ ਘਰੇਲੂ ਵਰਤੋਂ ਲਈ ਹੋਵੇ ਚਾਹੇ ਦਫ਼ਤਰੀ ਵਰਤੋਂ ਲਈ ਹੋਵੇ, ਉਸ ਨੂੰ ਆਪਾਂ ਔਨਲਾਈਨ ਖਰੀਦ ਸਕਦੇ ਹਾਂ। ਅਤੇ ਇਹ ਸਭ ਕੁਛ ਸੰਭਵ ਕਿਸ ਦੇ ਨਾਲ ਹੋਇਆ, ਇੰਟਰਨੈੱਟ ਦੇ ਜ਼ਰੀਏ। ਇਸ ਤੋਂ ਬਾਅਦ ਆ ਗਿਆ ਆਪਣਾ ਇੱਕ ਮੇਨ ਪੁਆਇੰਟ, ਜਿਹੜਾ ਚਿੱਠੀਆਂ ਭੇਜਣਾ। ਕੀ ਇਹ ਵਿਦਿਆਰਥੀ ਦੱਸ ਸਕਦੇ ਹਨ ਵੀ ਆਪਾਂ ਕਿਸ ਦੇ ਜ਼ਰੀਏ ਚਿੱਠੀਆਂ ਭੇਜ ਸਕਦੇ ਹਾਂ ਇੰਟਰਨੈੱਟ 'ਤੇ? ਤੁਹਾਡਾ ਜਵਾਬ ਵੀ ਉਹੀ ਹੋਏਗਾ ਜਿਹੜਾ ਕਿ ਮੈਂ ਕਹਿਣ ਲੱਗਿਆ ਹਾਂ, ਈਮੇਲ ਇੱਕ ਅਜਿਹੀ ਸੁਵਿਧਾ ਹੈ ਇੰਟਰਨੈੱਟ ਦੀ, ਜਿਸ ਨੂੰ ਇਲੈਕਟ੍ਰੋਨਿਕ ਮੇਲ ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਸੁਵਿਧਾ ਹੈ ਜਿਸ ਦੇ ਜ਼ਰੀਏ ਆਪਾਂ ਆਪਦਾ ਸੰਦੇਸ਼, ਚਾਹੇ ਉਹ ਤਸਵੀਰ ਦੇ ਰੂਪ ਵਿੱਚ ਹੋਵੇ, ਦੇਖੋ, ਚਾਹੇ ਉਹ ਵੀਡੀਓ ਦੇ ਰੂਪ ਵਿੱਚ ਹੋਵੇ, ਚਾਹੇ ਉਹ ਆਵਾਜ਼ ਦੇ ਰੂਪ ਵਿੱਚ ਹੋਵੇ, ਆਪਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਆਪਾਂ ਚਾਹੇ ਇੰਡੀਆ 'ਚ ਬੈਠੇ ਹਾਂ, ਚਾਹੇ ਜਿਹੜੇ ਮਰਜ਼ੀ ਮੁਲਕ ਦੇ ਵਿੱਚ, ਆਪਾਂ ਆਪਦੀ ਆਵਾਜ਼, ਆਪਾਂ ਆਪਦੀ ਵੀਡੀਓ, ਆਪਾਂ ਤਸਵੀਰ, ਚਾਹੇ ਲਿਖਤੀ ਰੂਪ ਵਿੱਚ ਮੈਸੇਜ ਹੈ, ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਦੂਸਰੇ ਵਿਅਕਤੀਆਂ ਨੂੰ ਭੇਜ ਸਕਦੇ ਹਾਂ। ਇਹ ਇੱਕ ਬਹੁਤ ਹੀ ਮਹੱਤਵਪੂਰਨ ਸੁਵਿਧਾ ਹੈ ਇੰਟਰਨੈੱਟ ਦੀ। ਇਸ ਤੋਂ ਬਾਅਦ ਹੈ ਆਪਣੇ ਕੋਲ ਸਿਹਤ ਅਤੇ ਤੰਦਰੁਸਤੀ। ਦੇਖੋ, ਸਿਹਤ ਅਤੇ ਤੰਦਰੁਸਤੀ ਲਈ ਕਿਸ ਤਰ੍ਹਾਂ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਨਹੀਂ ਕਿ ਆਪਾਂ ਇੰਟਰਨੈੱਟ ਚਲਾਉਂਦੇ ਰਹਾਂਗੇ ਤਾਂ ਆਪਣੀ ਸਿਹਤ ਵਧੀਆ ਰਹੇਗੀ, ਅਜਿਹਾ ਬਿਲਕੁਲ ਨਹੀਂ। ਪਰ ਇੰਟਰਨੈੱਟ ਦੇ ਉੱਪਰ ਸਿਹਤ ਨੂੰ ਚੰਗਾ ਰੱਖਣ ਲਈ, ਤੰਦਰੁਸਤ ਰਹਿਣ ਲਈ ਬਹੁਤ ਸਾਰੇ ਫਾਰਮੂਲੇ, ਬਹੁਤ ਸਾਰੀ ਸੂਚਨਾ ਜਿਹੜੀ ਇੰਟਰਨੈੱਟ ਤੋਂ ਆਪਾਂ ਲੱਭ ਸਕਦੇ ਹਾਂ। ਦੇਖੋ, ਇੰਟਰਨੈੱਟ 'ਤੇ ਆਪਾਂ ਇਸ ਸੰਬੰਧੀ, ਅਗਰ ਤੁਹਾਨੂੰ ਕੋਈ ਸਰੀਰਕ ਸਮੱਸਿਆ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ, ਜਾਂ ਤੁਸੀਂ ਆਪਦੇ ਆਪ ਨੂੰ ਕਿਵੇਂ ਫਿੱਟ ਰੱਖ ਸਕਦੇ ਹੋ, ਹਰ ਇੱਕ ਤਰ੍ਹਾਂ ਦੀ ਕਸਰਤ ਬਾਰੇ ਜਾਣਕਾਰੀ, ਹਰ ਇੱਕ ਕਿਸਮ ਦੀ ਦਵਾਈਆਂ ਬਾਰੇ ਜਾਣਕਾਰੀ ਤੁਸੀਂ ਇੰਟਰਨੈੱਟ ਤੋਂ ਜਿਹੜਾ ਕਿ ਇਹ ਪੜ੍ਹ ਸਕਦੇ ਹੋ। ਇਸ ਤੋਂ ਬਾਅਦ ਹੈ ਵਿਦਿਆਰਥੀਓ ਸੈਰ ਸਪਾਟਾ। ਹੁਣ ਸੈਰ ਸਪਾਟੇ ਲਈ ਆਪਾਂ ਕਿਵੇਂ ਯੂਜ਼ ਕਰਾਂਗੇ, ਸੈਰ ਸਪਾਟੇ ਲਈ ਕਿਸ ਤਰ੍ਹਾਂ ਆਪਾਂ ਯੂਜ਼ ਕਰਾਂਗੇ ਵੀ ਸੈਰ ਸਪਾਟੇ ਨਾਲ, ਕਿ ਇੰਟਰਨੈੱਟ ਦੀ ਮਦਦ ਨਾਲ ਤੁਸੀਂ ਸੈਰ ਸਪਾਟੇ ਲਈ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਥਾਵਾਂ ਨੇ ਜਿਨ੍ਹਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਮੰਨ ਲਓ ਤੁਸੀਂ
ਕੋਈ ਇਹੋ ਜਿਹੀ ਜਗ੍ਹਾ ਹੈ ਜਿੱਥੇ ਗਏ ਨਹੀਂ ਹੋਏ ਪਰ ਤੁਸੀਂ ਜਾਣਾ ਚਾਹੁੰਦੇ ਹੋ, ਪਰ ਜਾਣ ਤੋਂ ਪਹਿਲਾਂ ਤੁਸੀਂ ਉਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਵੀ ਉਹ ਜਗ੍ਹਾ ਕਿਸ ਤਰ੍ਹਾਂ ਦੀ ਹੋਏਗੀ, ਵੀ ਸ਼ਾਇਦ ਅਸੀਂ ਜਾਈਏ ਅਤੇ ਸਾਨੂੰ ਉਹ ਪਸੰਦ ਹੀ ਨਾ ਆਵੇ। ਇਸ ਤੋਂ ਪਹਿਲਾਂ ਤੁਸੀਂ ਇੰਟਰਨੈਟ ਰਾਹੀਂ ਉਸ ਜਗ੍ਹਾ ਦੀ ਸਾਰੀ ਜਾਣਕਾਰੀ ਘਰ ਬੈਠੇ ਹੀ ਆਪਣੇ ਮੋਬਾਈਲ 'ਤੇ, ਆਪਣੇ ਕੰਪਿਊਟਰ 'ਤੇ ਦੇਖ ਸਕਦੇ ਹੋ। ਫਿਰ ਜਾਣ ਲਈ ਤੁਸੀਂ ਇੱਕ ਰੇਲਵੇ ਟਿਕਟਾਂ, ਹਵਾਈ ਟਿਕਟਾਂ ਜਾਂ ਹੋਟਲ ਆਦਿ ਤੁਸੀਂ ਇਹ ਵੀ ਔਨਲਾਈਨ ਬੁੱਕ ਹੈ ਜਿਹੜੀ ਉਹ ਕਰ ਸਕਦੇ ਹੋ। ਇਹ ਵੀ ਸੁਵਿਧਾ ਇੰਟਰਨੈਟ ਕਰਕੇ ਹੀ ਆਪਾਂ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਹੈ ਚੈਟਿੰਗ ਦੀ ਅਗਰ ਆਪਾਂ ਗੱਲ ਕਰੀਏ ਤਾਂ ਚੈਟਿੰਗ ਕੀ ਕਿਹਾ ਜਾਂਦਾ ਹੈ, ਕਿਸੇ ਵੀ ਦੂਸਰੇ ਵਿਅਕਤੀ ਨੂੰ ਲਿਖਤੀ ਸੰਦੇਸ਼ ਭੇਜਣਾ, ਉਸ ਨੂੰ ਕੀ ਕਿਹਾ ਜਾਂਦਾ ਹੈ, ਚੈਟਿੰਗ ਇੰਟਰਨੈਟ ਉੱਪਰ ਚਲਾ ਕੇ ਇੰਟਰਨੈਟ 'ਤੇ ਗੱਲਬਾਤ ਕਰਨ ਦੇ ਤਰੀਕੇ ਨੂੰ ਕੀ ਕਿਹਾ ਜਾਂਦਾ ਹੈ, ਚੈਟਿੰਗ। ਅਤੇ ਇਸ ਦੇ ਨਾਲ ਆਪਾਂ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਆਪਣਾ ਲਿਖਤੀ ਸੰਦੇਸ਼ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਆਪਾਂ ਕਿਸੇ ਨੂੰ ਲਿਖਤੀ ਸੰਦੇਸ਼ ਭੇਜਿਆ, ਹੈਲੋ, ਜੋ ਅੱਗੇ ਪਰਸਨ ਜਿਸ ਨੂੰ ਭੇਜਿਆ ਹੈ ਉਸ ਦਾ ਅਗਰ ਆਪਾਂ ਨੂੰ ਕੋਈ ਮੈਸੇਜ ਆਉਂਦਾ ਹੈ, ਆਪਣੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਦਾ ਮਤਲਬ ਇਸ ਨੂੰ ਕੀ ਕਿਹਾ ਜਾਏਗਾ, ਚੈਟਿੰਗ। ਤੁਸੀਂ ਅਗਰ ਤੁਹਾਡਾ ਕੋਈ ਦੋਸਤ ਮਿੱਤਰ ਦੇਸ਼ ਵਿਦੇਸ਼ 'ਚ ਕਿਸੇ ਵਿਦੇਸ਼ 'ਚ ਰਹਿੰਦਾ ਹੈ ਤਾਂ ਅਗਰ ਤੁਸੀਂ ਉਸ ਨਾਲ ਲਿਖਤੀ ਰੂਪ ਵਿੱਚ ਗੱਲਬਾਤ ਕਰ ਰਹੇ ਹੋ ਤਾਂ ਉਸ ਨੂੰ ਕੀ ਕਿਹਾ ਜਾਏਗਾ, ਚੈਟਿੰਗ। ਇਸ ਦੀ ਵੱਡੀ ਉਦਾਹਰਨ ਹੈ ਅੱਜ ਕੱਲ੍ਹ ਜਿਵੇਂ ਵਟਸਐਪ 'ਤੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੋ ਤਾਂ ਉਸ ਨੂੰ ਕੀ ਕਿਹਾ ਜਾਏਗਾ, ਚੈਟਿੰਗ। ਇਸ ਤੋਂ ਬਾਅਦ ਇੱਕ ਪੁਆਇੰਟ ਹੈ ਬੈਂਕਿੰਗ ਸੇਵਾਵਾਂ। ਇਸ ਦਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਸਥਾਨ ਹੈ। ਕਿਸ ਤਰ੍ਹਾਂ ਸਥਾਨ ਹੈ ਵੀ ਇੰਟਰਨੈਟ ਬੈਂਕਿੰਗ ਬਹੁਤ ਹੀ ਮਹੱਤਵਪੂਰਨ ਹੋ ਚੁੱਕੀ ਹੈ। ਤੁਸੀਂ ਘਰ ਬੈਠੇ ਦੇਖੋ, ਬੈਂਕ ਵੱਲੋਂ ਤੁਹਾਨੂੰ ਆਪਦਾ ਇੱਕ ID ਪਾਸਵਰਡ ਦਿੱਤਾ ਜਾਂਦਾ ਹੈ ਜੋ ਕਿ ਤੁਹਾਡੇ ਖਾਤੇ ਨਾਲ ਸੰਬੰਧਿਤ ਹੁੰਦਾ ਹੈ। ਤੁਸੀਂ ਉਹ ID ਪਾਸਵਰਡ ਲਗਾ ਕੇ ਤੁਸੀਂ ਆਪਣੇ ਖਾਤੇ ਤੋਂ ਬਕਾਇਆ ਚੈੱਕ ਕਰ ਸਕਦੇ ਹੋ ਵੀ ਕਿੰਨਾ ਬੈਲੈਂਸ ਪਿਆ ਹੋਇਆ ਹੈ। ਤੁਸੀਂ ਕਿਸੇ ਨੂੰ ਪੈਸੇ ਟ੍ਰਾਂਸਫਰ ਕਰਨੇ ਹਨ ਤਾਂ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਜਦੋਂ ਘਰ ਬੈਠੇ ਸ਼ਾਪਿੰਗ ਕਰਦੇ ਹੋ ਤਾਂ ਇਹ ਬੈਂਕ ਹੀ ਆਪਾਂ ਨੂੰ ਸੁਵਿਧਾ ਦਿੰਦਾ ਹੈ। ਆਪਾਂ ਉਹਨਾਂ ਨੂੰ ਉਹਨਾਂ ਦੇ ਖਾਤੇ ਪੈਸੇ ਜਿਹੜੇ ਆ ਭੇਜ ਦਿੰਦੇ ਹਾਂ ਤਾਂ ਉਹ ਆਪਾਂ ਨੂੰ ਉਸ ਦੇ ਬਦਲੇ ਜੋ ਚੀਜ਼ ਆਪਾਂ ਖਰੀਦੀ ਹੈ ਉਹ ਆਪਣੇ ਘਰ ਭੇਜ ਦਿੰਦੇ ਹਨ। ਇਹ ਇੱਕ ਬੜਾ ਵਧੀਆ ਸਾਧਨ ਹੈ ਇੰਟਰਨੈਟ ਦੁਆਰਾ ਜਿਹੜਾ ਆਪਾਂ ਨੂੰ ਦਿੱਤਾ ਜਾਂਦਾ ਹੈ ਬੈਂਕਿੰਗ ਸੇਵਾਵਾਂ ਦੇ ਵਿੱਚ ਮੈਂ ਫਿਰ ਦੱਸਦਾ ਵੀ ਬੈਂਕਿੰਗ ਦੀ ਸਹਾਇਤਾ ਨਾਲ ਆਪਾਂ ਖਾਤੇ ਦਾ ਬੈਲੈਂਸ ਚੈੱਕ ਕਰ ਸਕਦੇ ਹਾਂ। ਆਪਾਂ ਘਰ ਬੈਠੇ ਹੀ ਇੱਕ ਦੂਜੇ ਨੂੰ ਪੈਸੇ ਜਿਹੜੇ ਆ ਟ੍ਰਾਂਸਫਰ ਕਰ ਸਕਦੇ ਹਾਂ। ਇਸ ਤੋਂ ਬਾਅਦ ਬੇਟਾ ਲਾਸਟ ਪੁਆਇੰਟ ਇਹਦਾ ਇੱਕ ਆਪਾਂ ਡਿਸਕਸ ਕਰਾਂਗੇ ਵੀਡੀਓ ਕਾਨਫਰੰਸ। ਜਿਵੇਂ ਕਿ ਤੁਸੀਂ ਜਾਣਦੇ ਹੋ ਵੀਡੀਓ ਕਾਨਫਰੰਸ ਕਿਹਨੂੰ ਕਿਹਾ ਜਾਏਗਾ, ਕਿਸ ਨੂੰ ਕਿਹਾ ਜਾਏਗਾ ਵੀ ਜਦੋਂ ਇੰਟਰਨੈਟ ਉੱਪਰ ਆਪਾਂ ਇੱਕ ਦੂਜੇ ਨੂੰ ਵੇਖਦੇ ਹੋਏ ਗੱਲਬਾਤ ਕਰਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਵੀਡੀਓ ਕਾਨਫਰੰਸ। ਜਿਵੇਂ ਮੋਬਾਈਲ 'ਤੇ ਆਪਾਂ ਵੀਡੀਓ ਕਾਲ ਕਰਦੇ ਹਾਂ ਉਵੇਂ ਹੀ ਕੰਪਿਊਟਰ 'ਤੇ ਵੈਬ ਕੈਮਰਾ ਲਗਾ ਕੇ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਤਾਂ ਉਸ ਨੂੰ ਕੀ ਕਿਹਾ ਜਾਏਗਾ, ਵੀਡੀਓ ਕਾਨਫਰੰਸ। ਤੁਸੀਂ ਦੇਖਿਆ ਹੁਣ ਕਈ ਸਾਰੇ ਵਿਦਿਆਰਥੀਆਂ ਦੇ ਨਾਲ ਅਧਿਆਪਕ ਜਿਹੜੇ ਨੇ ਜ਼ੂਮ ਐਪ ਦੇ ਜ਼ਰੀਏ, ਜ਼ੂਮ ਇੱਕ ਐਪ ਹੈ ਜਿਸ ਦੇ ਜ਼ਰੀਏ ਵੀਡੀਓ ਕਾਨਫਰੰਸ ਕੀਤੀ ਜਾ ਸਕਦੀ ਹੈ ਤਾਂ ਉਸ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਵੀਡੀਓ ਕਾਨਫਰੰਸ। ਇਹ ਸੀ ਕਿ ਬੇਟਾ ਆਪਣੇ ਇੰਟਰਨੈਟ ਦੁਆਰਾ ਜੋ ਆਪਾਂ ਨੂੰ ਸੁਵਿਧਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਉਹਨਾਂ ਬਾਰੇ ਜਾਣਕਾਰੀ। ਹੁਣ ਆਪਾਂ ਗੱਲ ਕਰਦੇ ਹਾਂ ਇੰਟਰਨੈਟ ਕੁਨੈਕਸ਼ਨ ਦੀਆਂ ਕਿਸਮਾਂ। ਹੁਣ ਇੰਟਰਨੈਟ ਕੁਨੈਕਸ਼ਨ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਹਨ, ਇੱਕ ਡਾਇਲ ਅਪ ਕਨੈਕਸ਼ਨ, ਇੱਕ ਬਰੋਡਬੈਂਡ ਕਨੈਕਸ਼ਨ, ਇੱਕ ਵਾਇਰਲੈਸ, DSL, ISDN ਕਨੈਕਸ਼ਨ। ਇਹ ਇੰਟਰਨੈਟ ਲਗਵਾਉਂਦੇ ਸਮੇਂ ਇਹ ਕਨੈਕਸ਼ਨ ਦੀਆਂ ਕਿਸਮਾਂ ਹਨ। ਇਹਨਾਂ ਵਿੱਚੋਂ ਕਿਸੇ ਵੀ ਕਿਸਮ ਦਾ ਕਨੈਕਸ਼ਨ ਆਪਾਂ ਘਰ ਲਗਵਾ ਸਕਦੇ ਹਾਂ, ਪਰ ਮੈਂ ਵਿਦਿਆਰਥੀਓ ਇਸ ਬਾਰੇ ਦੱਸਦੇ ਹਾਂ ਵੀ ਜ਼ਿਆਦਾਤਰ ਵਰਤੋਂ ਵਿੱਚ ਹੋਣ ਵਾਲਾ ਕਨੈਕਸ਼ਨ ਕਿਹੜਾ ਹੈ, ਬਰੋਡਬੈਂਡ। ਜ਼ਿਆਦਾ ਯੂਨੀਵਰਸਿਟੀਆਂ, ਕਾਲਜਾਂ ਦੇ ਵਿੱਚ, ਵੱਡਿਆਂ ਅਦਾਰਿਆਂ ਦੇ ਵਿੱਚ, ਵੱਡੀਆਂ ਕੰਪਨੀਆਂ ਦੇ ਵਿੱਚ ਕਿਹੜਾ ਵਰਤਿਆ ਜਾਂਦਾ ਹੈ, ਬਰੋਡਬੈਂਡ। ਇਸ ਦੀ ਸਪੀਡ ਹੈ ਜਿਹੜੀ ਬਾਕੀ ਕਨੈਕਸ਼ਨ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਾਅਦ ਬੇਟਾ ਆਪਾਂ ਗੱਲ ਕਰਦੇ ਹਾਂ ਮੋਡਮ ਕੀ ਹੈ। ਮੋਡਮ ਬਾਰੇ ਧਿਆਨ ਨਾਲ ਸੁਣਨਾ ਸਾਰਿਆਂ ਨੇ ਵੀ ਮੋਡਮ ਕੀ ਹੈ। ਮੈਂ ਪਹਿਲਾਂ ਵੀ ਬਾਰੇ ਜ਼ਿਕਰ ਕੀਤਾ ਆਪਾਂ ਇਸ ਬਾਰੇ ਵੀ ਮੋਡਮ ਇੱਕ ਅਜਿਹਾ ਯੰਤਰ ਹੈ ਜਿਸ ਦੀ ਵਰਤੋਂ ਇੰਟਰਨੈਟ ਚਲਾਉਣ ਲਈ ਕੀਤੀ ਜਾਂਦੀ ਹੈ ਕੰਪਿਊਟਰ 'ਤੇ। ਦੇਖੋ, ਅਗਰ ਆਪਾਂ ਕਿਸੇ ਵੀ ਕੰਪਨੀ ਦਾ BSNL ਦਾ ਜਿਵੇਂ ਕੋਈ ਕਨੈਕਸ਼ਨ ਲੈ ਲਿਆ ਇੰਟਰਨੈਟ ਦਾ, ਤਾਂ BSNL ਵਾਲੇ ਆਪਾਂ ਨੂੰ ਇੱਕ ਤਾਰ ਦੇ ਕੇ ਜਾਣਗੇ ਆਪਦੇ ਕਨੈਕਸ਼ਨ ਦੀ। ਉਹ ਤਾਰ ਆਪਾਂ ਮੋਡਮ 'ਤੇ ਲਗਾਵਾਂਗੇ ਅਤੇ ਮੋਡਮ ਕੀ ਕਰੇਗਾ, ਮੋਡਮ 'ਚੋਂ ਤਾਰ ਆਪਾਂ ਕੰਪਿਊਟਰ 'ਤੇ ਲਗਾਵਾਂਗੇ। ਇਸ ਦਾ ਮਤਲਬ
ਟੈਲੀਫੋਨ ਦੀ ਤਾਰ ਸਿੱਧਾ ਕੰਪਿਊਟਰ 'ਤੇ ਨਹੀਂ ਲਗਾਈ ਜਾ ਸਕਦੀ, ਵਿਚਕਾਰ ਆਪਾਂ ਨੂੰ ਮੋਡਮ ਲਗਾਉਣਾ ਪੈਂਦਾ ਹੈ ਜਿਸ ਨਾਲ ਇੰਟਰਨੈਟ ਚਲਾਇਆ ਜਾਂਦਾ ਹੈ। ਮੋਡਮ ਦਾ ਪੂਰਾ ਨਾਮ ਕੀ ਹੈ? ਮੋਡੂਲੇਟਰ ਡੀਮੋਡੂਲੇਟਰ। ਮੋਡੂਲੇਟਰ ਡੀਮੋਡੂਲੇਟਰ। ਆਪਾਂ ਪਹਿਲਾਂ ਗੱਲ ਕਰਦੇ ਹਾਂ ਮੋਡਮ ਬਾਰੇ। ਮੋਡਮ ਬਾਰੇ ਸਮਝਦੇ ਹਾਂ ਇੱਕ ਆਪਾਂ ਪਿਕਚਰ ਦੇ ਜ਼ਰੀਏ। ਦੇਖੋ, ਸਿਗਨਲ ਜਿਹੜੇ ਨੇ ਬੇਟਾ ਦੋ ਤਰ੍ਹਾਂ ਦੇ ਹੁੰਦੇ ਹਨ, ਐਨਾਲੋਗ ਸਿਗਨਲ, ਡਿਜੀਟਲ ਸਿਗਨਲ। ਐਨਾਲੋਗ ਸਿਗਨਲ ਆ ਵਾਲੇ ਹਨ, ਇਹ ਐਨਾਲੋਗ ਸਿਗਨਲ ਹਨ ਜਿਹੜੇ ਕਿ ਟੈਲੀਫੋਨ ਦੀ ਤਾਰ ਦੇ ਵਿੱਚ ਆ ਰਹੇ ਹਨ। ਪਰ ਕੰਪਿਊਟਰ ਜਿਹੜੇ ਸਿਗਨਲ ਸਮਝ ਸਕਦਾ ਹੈ ਸਿਰਫ ਤੇ ਸਿਰਫ ਡਿਜੀਟਲ ਸਿਗਨਲ। ਉਹ ਕਿਹੜੇ ਹਨ? ਆ ਵਾਲੇ ਹਨ ਡਿਜੀਟਲ ਸਿਗਨਲ। ਕੰਪਿਊਟਰ ਇਹਨਾਂ ਨੂੰ ਸਮਝ ਸਕਦਾ ਹੈ। ਹੁਣ ਮੋਡਮ ਕੀ ਕਰੇਗਾ? ਜੋ ਟੈਲੀਫੋਨ ਤਾਰ ਦੇ ਵਿੱਚ ਐਨਾਲੋਗ ਸਿਗਨਲ ਆ ਰਹੇ ਹਨ ਉਸ ਨੂੰ ਕੀ ਕਰ ਦੇਗਾ? ਕਨਵਰਟ ਕਰ ਦੇਗਾ ਡਿਜੀਟਲ ਸਿਗਨਲ ਦੇ ਵਿੱਚ। ਇੱਕ ਪਿਕਚਰ ਰਾਹੀਂ ਆਪਾਂ ਸਮਝਦੇ ਹਾਂ। ਦੇਖੋ, ਐਨਾਲੋਗ ਸਿਗਨਲ ਆ ਰਹੇ ਹਨ ਮੋਡਮ ਦੇ ਵਿੱਚ, ਮੋਡਮ ਨੇ ਉਸ ਅੱਗੇ ਉਹਨੂੰ ਕੀ ਕਨਵਰਟ ਕਰਤਾ? ਡਿਜੀਟਲ ਸਿਗਨਲ ਦੇ ਵਿੱਚ। ਤਾਂ ਇਸ ਦਾ ਮਤਲਬ ਜੋ ਟੈਲੀਫੋਨ ਤਾਰ ਦੇ ਵਿੱਚ ਸਿਗਨਲ ਹੁੰਦੇ ਹਨ ਉਹ ਐਨਾਲੋਗ ਹੁੰਦੇ ਹਨ ਅਤੇ ਕੰਪਿਊਟਰ ਕਿਹੜੇ ਸਿਗਨਲ ਸਮਝ ਸਕਦਾ ਹੈ? ਡਿਜੀਟਲ। ਇਸ ਲਈ ਮੋਡਮ ਕੀ ਕੰਮ ਕਰਦਾ ਹੈ? ਆਪਣੇ ਐਨਾਲੋਗ ਸਿਗਨਲ ਨੂੰ ਕਨਵਰਟ ਕਰ ਦਿੰਦਾ ਹੈ ਡਿਜੀਟਲ ਸਿਗਨਲ ਦੇ ਵਿੱਚ ਤਾਂ ਜੋ ਕੰਪਿਊਟਰ 'ਤੇ ਇੰਟਰਨੈਟ ਚਲਾਇਆ ਜਾ ਸਕੇ। ਮੋਡਮ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬਾਹਰੀ ਮੋਡਮ ਜੋ ਆਪਾਂ ਕੰਪਿਊਟਰ ਦੇ ਬਾਹਰ ਰੱਖਦੇ ਹਾਂ ਇਸ ਤਰ੍ਹਾਂ ਦਾ, ਇੱਕ ਹੁੰਦਾ ਹੈ ਅੰਦਰੂਨੀ ਮੋਡਮ ਜਿਹੜਾ ਕੀ ਹੈ CPU ਦੇ ਅੰਦਰ ਲਗਾਇਆ ਜਾਂਦਾ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ? ਅੰਦਰੂਨੀ ਮੋਡਮ। ਜਿਵੇਂ ਕਿ ਆਹ ਵੇਲਾ ਇਹ CPU ਦੇ ਅੰਦਰ ਹੀ ਫਿੱਟ ਹੁੰਦਾ ਹੈ ਜਿਸ ਨੂੰ ਅੰਦਰੂਨੀ ਮੋਡਮ, ਇਸ ਲਈ ਇਸ ਨੂੰ ਅੰਦਰੂਨੀ ਮੋਡਮ ਕਿਹਾ ਜਾਂਦਾ ਹੈ। ਮੋਡਮ ਬਾਰੇ ਆਪਾਂ ਫਿਰ ਮੈਂ ਡਿਸਕਸ ਕਰਦੇ ਹਾਂ ਵੀ ਇਹ ਕੰਪਿਊਟਰ 'ਤੇ ਇੰਟਰਨੈਟ ਚਲਾਉਣ ਲਈ ਇੱਕ ਜ਼ਰੂਰੀ ਯੰਤਰ ਹੈ ਜਿਸ ਦੀ ਵਰਤੋਂ ਐਨਾਲੋਗ ਸਿਗਨਲ ਨੂੰ ਡਿਜੀਟਲ ਸਿਗਨਲ ਅਤੇ ਡਿਜੀਟਲ ਸਿਗਨਲ ਨੂੰ ਐਨਾਲੋਗ ਸਿਗਨਲ ਦੇ ਵਿੱਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ। ਮੋਡਮ ਦੀ ਸਪੀਡ ਦੇਖੋ, ਵੈਸੇ ਤਾਂ ਜੋ ਆਪਾਂ ਕਨੈਕਸ਼ਨ ਲਿਆ ਇੰਟਰਨੈਟ ਦੀ ਸਪੀਡ ਉਸ 'ਤੇ ਡਿਪੈਂਡ ਕਰਦੀ ਹੈ, ਜਾਂ ਆਪਾਂ ਜਿੰਨੇ ਵਾਲਾ ਪਲਾਨ ਲਿਆ ਹੋਇਆ ਹੈ, ਕਿੰਨੇ ਪੈਸੇ ਆਪਾਂ ਭਰ ਰਹੇ ਹਾਂ ਉਸ ਪਲਾਨ ਦੇ, ਉਸ 'ਤੇ ਵੀ ਸਪੀਡ ਡਿਪੈਂਡ ਕਰਦੀ ਹੈ। ਪਰ ਮੋਡਮ 'ਤੇ ਵੀ ਕੁਛ ਸਪੀਡ ਡਿਪੈਂਡ ਕਰਦੀ ਹੈ। ਜ਼ਿਆਦਾਤਰ ਮੋਡਮ ਆਪਾਂ ਨੂੰ 28 kbps ਵਾਲਾ ਹੀ ਲੈਣਾ ਚਾਹੀਦਾ ਹੈ ਅਗਰ ਆਪਾਂ ਵਧੀਆ ਸਪੀਡ ਜਿਹੜੀ ਇੰਟਰਨੈਟ ਦੀ ਲੈਣਾ ਚਾਹੁੰਦੇ ਹਾਂ ਤਾਂ। ਇਹ ਸੀਗਾ ਬੇਟਾ ਮੋਡਮ ਬਾਰੇ। ਇਸ ਲਈ ਮੋਡਮ ਇੱਕ ਜ਼ਰੂਰੀ ਯੰਤਰ ਹੈ ਇੰਟਰਨੈਟ ਚਲਾਉਣ ਲਈ ਕੰਪਿਊਟਰ 'ਤੇ। ਹੁਣ ਆਪਾਂ ਪੜ੍ਹਦੇ ਹਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ। ਇੰਟਰਨੈਟ ਸਰਵਿਸ ਪ੍ਰੋਵਾਈਡਰ ਕੀ ਹੁੰਦਾ ਹੈ? ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਜੋ ਕੰਪਨੀਆਂ ਸਾਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ ਉਹਨਾਂ ਨੂੰ ISP ਕਿਹਾ ਜਾਂਦਾ ਹੈ। ਜਿਵੇਂ ਕਿ ਜੇਕਰ ਤੁਸੀਂ ਏਅਰਟੈਲ ਦਾ ਸਿਮ ਚਲਾ ਰਹੇ ਹੋ, ਏਅਰਟੈਲ ਤੋਂ ਇੰਟਰਨੈਟ ਦਾ ਪਲਾਨ ਲੈਂਦੇ ਹੋ ਤਾਂ ਤੁਹਾਡੇ ਲਈ ਇੰਟਰਨੈਟ ISP ਕੰਪਨੀ ਕਿਹੜੀ ਹੈ? ਏਅਰਟੈਲ। ਜੇ ਕੋਈ ਜੀਓ ਦਾ ਚਲਾ ਰਿਹਾ ਹੈ ਤਾਂ ਉਸ ਲਈ ਜੀਓ ਹੈ। ਇਸ ਲਈ ਜੋ ਕੰਪਨੀ ਆਪਾਂ ਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ ਉਸ ਨੂੰ ISP ਕਿਹਾ ਜਾਂਦਾ ਹੈ। ਜਿਵੇਂ ਕਿ ਨਾਮ ਏਅਰਟੈਲ, ਵੋਡਾਫੋਨ, BSNL ਆਦਿ। ਇਹਨਾਂ ਤੋਂ ਇਹ ਕੰਪਨੀਆਂ ਵੀ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਆਪਾਂ ਦੇਖਦੇ ਹਾਂ ਵੀ ਇਹ ਕੰਪਨੀਆਂ ਵੀ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਦੇਖੋ, ਇੱਕ ISP ਦੂਜੇ ISP ਨਾਲ ਵੀ ਜੁੜੀ ਹੁੰਦੀ ਹੈ। ਇਸ ਕਨੈਕਸ਼ਨ ਨੂੰ ਇੰਟਰਨੈਟ ਐਕਸੈਸ ਪੁਆਇੰਟ ਕਿਹਾ ਜਾਂਦਾ ਹੈ। ਜੋ ਇੰਟਰਨੈਟ ਆਪਾਂ ਨੂੰ ਪ੍ਰੋਵਾਈਡ ਕਰਵਾਉਂਦੀਆਂ ਹਨ ਕੰਪਨੀਆਂ ਉਹਨਾਂ ਨੂੰ ISP ਕਿਹਾ ਜਾਂਦਾ ਹੈ। ਇਹ ਕੰਪਨੀਆਂ ਵੀ ਆਪਸ ਵਿੱਚ ਇੱਕ ਪੁਆਇੰਟ 'ਤੇ ਆ ਕੇ ਜੁੜਦੀਆਂ ਹਨ ਜਿਸ ਨੂੰ ਕੀ ਕਿਹਾ ਜਾਂਦਾ ਹੈ? ਨੈਟਵਰਕ ਐਕਸੈਸ ਪੁਆਇੰਟ। ਅਤੇ ISP ਨੂੰ ਇੰਟਰਨੈਟ ਐਕਸੈਸ ਪ੍ਰੋਵਾਈਡਰ ਵੀ ਕਿਹਾ ਜਾਂਦਾ ਹੈ। ISP ਨੂੰ ਜਾਣੀ ਕਿ ਜੋ ਕੰਪਨੀਆਂ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ ਉਹਨਾਂ ਨੂੰ ISP ਵੀ ਕਿਹਾ ਜਾਂਦਾ ਹੈ ਅਤੇ IAP ਵੀ ਕਿਹਾ ਜਾਂਦਾ ਹੈ, ਜਾਣੀ ਕਿ ਇੰਟਰਨੈਟ ਐਕਸੈਸ ਪ੍ਰੋਵਾਈਡਰ। ਥੈਂਕ ਯੂ ਬੇਟਾ। ਇਸ ਤੋਂ ਬਾਅਦ ਆਪਾਂ ਪਾਰਟ 2 ਦੇ ਵਿੱਚ ਇਸ ਲੈਸਨ ਨੂੰ ਕੰਪਲੀਟ ਕਰਾਂਗੇ। ਧੰਨਵਾਦ। ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਇਹ ਲੈਸਨ ਜ਼ਰੂਰ ਸਮਝ ਆਇਆ ਹੋਵੇਗਾ। ਧੰਨਵਾਦ ਬੇਟਾ।